हेलो स्टूडेंट्स, वेलकम बैक टू माय यूट्यूब चैनल। सो बच्चे ਅਸੀਂ 10th क्लास ਦੇ ਚੈਪਟਰ ਨੰਬਰ 12 ਦੀ ਨੈਕਸਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ। ਸੋ ਬੱਚੇ ਸਾਡਾ ਫਰਸਟ ਕੁਐਸਚਨ ਦੇਖੋ, ਉਹਨਾਂ ਨੇ ਕਿਹਾ ਜਸਟਿਸ ਦ ਇਕੁਇਵਲੈਂਟ ਰੈਜ਼ਿਸਟੈਂਸ ਵੈਨ ਦ ਫੋਲੋਇੰਗ ਆਰ ਕਨੈਕਟਡ ਇਨ ਪੈਰਲਲ। ਬੱਚੇ ਅਸੀਂ ਪੈਰਲਲ ਦੇ ਵਿੱਚ ਦੋ ਰੈਜ਼ਿਸਟੈਂਸ ਉਹਨਾਂ ਨੇ ਜੋ ਕਿਹਾ ਹੋਇਆ ਉਹਨਾਂ ਨੂੰ ਆਪਸ ਵਿੱਚ ਪੈਰਲਲ ਜੋੜਨ ਲੱਗੇ ਹਾਂ। ਕਿਹੜੀ ਕਿਹੜੀ ਰੈਜ਼ਿਸਟੈਂਸ, ਪਹਿਲਾਂ ਅਸੀਂ ਏ ਸੋਲਵ ਕਰਦੇ ਹਾਂ। ਏ ਦੇ ਉਹਨਾਂ ਨੇ ਅੰਦਰ ਕਿਹਾ 1 ਓਮ ਐਂਡ 10⁻6 ਓਮ। ਬੱਚੇ ਪੈਰਲਲ ਦਾ ਫਾਰਮੂਲਾ ਕੀ ਹੁੰਦਾ, 1/r ਇਜ਼ ਇਕੁਅਲਸ ਟੂ 1/r1 ਪਲੱਸ 1/r2। ਹੁਣ ਦੇਖੋ r1 ਦੀ ਵੈਲਿਊ ਕਿੰਨੀ ਆ 1, ਸੋ ਅਸੀਂ ਪੁੱਟ ਕਰ ਦਿੱਤਾ 1। r2 ਦੀ ਵੈਲਿਊ ਕਿੰਨੀ ਆ 10⁻6, ਸੋ ਅਸੀਂ ਪੁੱਟ ਕਰ ਦਿੱਤੀ 10⁻6। ਸੋ ਬੱਚੇ ਐਲਸੀਐਮ ਲੈ ਲਓ 10⁻6। ਜਦੋਂ ਆ ਬੱਚੇ ਉੱਪਰ ਵਾਲੀ ਟਰਮ ਨਾਲ ਮਲਟੀਪਲਾਈ ਹੋਏਗੀ 10⁻6 ਪਲੱਸ ਆਹ ਵਾਲੀ ਟਰਮ ਇਹਦੇ ਨਾਲ ਕੈਂਸਲ ਆਊਟ ਹੋ ਜਾਊਗੀ, ਬਟ ਤੁਸੀਂ ਕੈਂਸਲ ਆਊਟ ਨਹੀਂ ਕਰਨੀ, ਸਿਰਫ ਸਮਝਾਉਣ ਦੇ ਲਈ ਲਿਖੀ ਆ ਚੀਜ਼, ਠੀਕ ਹੈ। ਸੋ ਇੱਥੇ ਆ ਜਾਏਗਾ 1, ਇਹਦਾ ਮਤਲਬ 10⁻6, ਇਹਦਾ ਮਤਲਬ 1 ਦੇ ਪਿੱਛੇ 6 ਜ਼ੀਰੋਜ਼ ਆ। ਮੰਨ ਲਓ ਕਿ ਆਪਣੇ ਕੋਲ 1 ਕਰੋੜ ਰੁਪਏ ਆ ਗਏ, 1 ਕਰੋੜ 'ਚ ਤੁਹਾਨੂੰ ਕੋਈ 1 ਰੁਪਈਆ ਦੇ ਦਿੰਦਾ ਤਾਂ ਤੁਸੀਂ 1 ਕਰੋੜ 1 ਰੁਪਈਆ ਕਿਸੇ ਨੂੰ ਨਹੀਂ ਦੱਸੋਗੇ ਵੀ ਮੇਰੇ ਤੋਂ 1 ਕਰੋੜ 1 ਰੁਪਈਆ ਆ, ਤੁਸੀਂ ਕਹਿੰਦੇ ਮੇਰੇ ਤੋਂ 1 ਕਰੋੜ ਆ। ਇਹਦਾ ਮਤਲਬ ਅਸੀਂ ਨੀਅਰਲੀ ਇਕੁਅਲਸ ਲਿਖ ਸਕਦੇ ਹਾਂ। ਆਹ ਦੋਨਾਂ ਟਰਮਸ ਨੂੰ ਜਦੋਂ ਅਸੀਂ ਐਡ ਕੀਤਾ ਤਾਂ ਨੀਅਰਲੀ ਇਕੁਅਲਸ ਵਰਡ ਲਿਖ ਸਕਦੇ ਹਾਂ। ਧਿਆਨ ਨਾਲ ਦੇਖ ਲਓ ਬੱਚੇ, ਇਹਦਾ ਸਿੰਬਲ ਇਸ ਤਰੀਕੇ ਨਾਲ, ਠੀਕ ਹੈ। ਸੋ ਇਹਨੂੰ ਲਿਖਾਂਗੇ ਕਿੱਦਾਂ, 10⁻6 ਡਿਵਾਈਡਡ ਬਾਈ ਆਹ ਟਰਮ ਬੱਚੇ ਐਸ ਸੱਚ ਲਿਖਣ ਲੱਗੇ ਹਾਂ, ਠੀਕ ਹੈ। ਇੱਥੇ ਆ ਜਾਊਗੀ 10⁻6, ਇਹਦਾ ਮਤਲਬ 10⁻6 10⁻6 ਦੇ ਨਾਲ ਕੱਟਿਆ ਗਿਆ। ਸੋ ਇਹਦਾ ਮਤਲਬ 1/r ਦਾ ਆਂਸਰ ਕਿੰਨਾ ਆ ਗਿਆ, 1 ਡਿਵਾਈਡਡ ਬਾਈ 1। ਇਹਦਾ ਮਤਲਬ ਸਾਨੂੰ ਰੈਸੀਪ੍ਰੋਕਲ 'ਚ ਨਹੀਂ ਚਾਹੀਦਾ, ਸਾਨੂੰ ਤਾਂ ਇਕੱਲਾ r ਦਾ ਆਂਸਰ ਚਾਹੀਦਾ। ਸੋ r ਦਾ ਆਂਸਰ ਕਿੰਨਾ ਆ ਗਿਆ 1 ਓਮ। ਸੋ ਤੁਹਾਡੇ ਫਸਟ ਪਾਰਟ ਦਾ ਆਂਸਰ ਆ ਗਿਆ ਬੱਚੇ 1 ਓਮ। ਜਿਹਨਾਂ ਨੇ ਪੁੱਛਿਆ ਸੀ ਕਿ 1 ਓਮ ਅਤੇ 10⁻6 ਓਮ ਦਾ ਕੀ ਆਂਸਰ ਆਊਗਾ। ਸਿਮਿਲਰਲੀ ਉਹਨਾਂ ਨੇ ਸੈਕਿੰਡ ਪੋਰਸ਼ਨ ਦੇਖੋ ਬੱਚੇ, ਸੈਕਿੰਡ ਪੋਰਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਆ 3 ਰੈਜ਼ਿਸਟੈਂਸ ਗਿਵਨ ਆ, 1 ਓਮ 10⁻3 ਓਮ ਅਤੇ 10⁻6 ਓਮ। ਸੋ ਲੈਟਸ ਸਟਾਰਟ ਸੈਕਿੰਡ ਪਾਰਟ। ਸੋ ਬੀ ਪਾਰਟ ਉਹਨਾਂ ਨੇ ਕੀ ਕਿਹਾ, 3 ਰੈਜ਼ਿਸਟੈਂਸ ਆ ਬੱਚੇ ਅਲੱਗ ਅਲੱਗ। ਸੋ ਅਸੀਂ ਕੀ ਲਵਾਂਗੇ 1/r ਇਜ਼ ਇਕੁਅਲਸ ਟੂ, ਕਿਉਂਕਿ ਇੱਥੇ 3 ਆ ਤਾਂ 3 ਵਾਰੀ ਲਿਖਾਂਗੇ 1/r1 ਪਲੱਸ 1/r2 ਪਲੱਸ 1/r3। ਕਲੀਅਰ ਹੋ ਗਿਆ। ਹੁਣ ਇਹਦੀ ਇੱਕ ਇੱਕ ਕਰਕੇ ਵੈਲਿਊ ਪੁੱਟ ਕਰੋ। ਹੁਣ ਧਿਆਨ ਨਾਲ ਦੇਖੋ, ਫਸਟ ਦੀ ਵੈਲਿਊ ਕਿੰਨੀ ਆ 1 ਓਮ, ਸੈਕਿੰਡ ਦੀ ਵੈਲਿਊ ਕਿੰਨੀ ਆ 10⁻3 ਓਮ ਅਤੇ ਤੀਸਰੇ ਦੀ ਵੈਲਿਊ ਕਿੰਨੀ ਆ 10⁻6 ਓਮ। ਸੋ ਅਸੀਂ 1/1 ਬੱਚੇ ਇੱਥੇ ਵੈਲਿਊ ਪੁੱਟ ਕਰਾਂਗੇ। ਸੋ ਕਿੰਨਾ ਆਏਗਾ 1/r ਇਜ਼ ਇਕੁਅਲਸ ਟੂ 1/1 ਪਲੱਸ 1/10⁻3, ਠੀਕ ਹੈ। ਸੋ ਨੈਕਸਟ ਪੁੱਟ ਕਰੋ ਪਲੱਸ 1/10⁻6, ਠੀਕ ਹੈ ਜੀ। ਇਹਦਾ ਮਤਲਬ ਜਦੋਂ ਅਸੀਂ ਐਲਸੀਐਮ ਲਵਾਂਗੇ ਸਭ ਤੋਂ ਵੱਡੀ ਵਾਲੀ ਟਰਮ ਦਾ ਐਲਸੀਐਮ ਆ ਜਾਏਗਾ 10⁻6, ਠੀਕ ਹੈ। ਹੁਣ ਦੇਖੋ 10⁻6 ਨੂੰ ਜਦੋਂ 1 ਦੇ ਨਾਲ ਡਿਵਾਈਡ ਕੀਤਾ ਤਾਂ ਸੇਮ ਆ ਜਾਏਗਾ 10⁻6। ਸੋ ਉਹਨੂੰ 1 ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ 10⁻6। ਹੁਣ ਅੱਗੇ ਦੇਖੋ, ਜਦੋਂ 10⁻6 ਨੂੰ ਬੱਚੇ ਅਸੀਂ 10⁻−3 ਦੇ ਨਾਲ ਡਿਵਾਈਡ ਕੀਤਾ, ਇਹਦਾ ਮਤਲਬ 10⁻3 ਡਿਵਾਈਡਡ ਬਾਈ 10⁻6। ਸੋ ਕੱਟ ਕੇ ਆ ਗਿਆ 10⁻3। ਇਹਦਾ ਮਤਲਬ ਕੀ ਹੋਏਗਾ, ਡਿਵਾਈਡ ਕਰੇ ਤਾਂ ਇੰਨਾ ਆ ਗਿਆ ਬੱਚੇ, ਉੱਪਰ 6 ਆਣਾ ਨੀਚੇ 3, ਠੀਕ ਹੈ। ਸੋ ਆ ਗਿਆ 10⁻3। ਸੋ 3 ਨੂੰ 1 ਨਾਲ ਮਲਟੀਪਲਾਈ ਕੀਤਾ ਤਾਂ ਸਾਡਾ ਆਂਸਰ ਕਿੰਨਾ ਆ ਗਿਆ 10⁻3, ਠੀਕ ਹੈ। 10⁻3 ਨੂੰ 1 ਨਾਲ ਮਲਟੀਪਲਾਈ ਕਰਾਂਗੇ ਤਾਂ 10⁻3 ਹੀ ਆ ਜਾਏਗਾ। ਹੁਣ ਅਗਲਾ ਦੇਖੋ 10⁻6 ਨੂੰ 10⁻6 ਦੇ ਨਾਲ ਕੈਂਸਲ ਆਊਟ ਹੋ ਗਿਆ, ਡਿਵਾਈਡ ਕਰੇ ਤੇ 1 ਆ ਗਿਆ, 1 ਨੂੰ ਉੱਪਰ ਵਾਲੇ 1 ਨਾਲ ਮਲਟੀਪਲਾਈ ਕੀਤਾ ਤਾਂ 1 ਹੀ ਆ ਜਾਏਗਾ। ਹੁਣ ਦੇਖੋ ਇਹਨੂੰ ਸੋਲਵ ਕਿੱਦਾਂ ਕਰਾਂਗੇ। ਇਹਨੂੰ ਸੋਲਵ ਕਰਨਾ ਸਾਨੂੰ ਡਿਫੀਕਲਟ ਲੱਗ ਰਿਹਾ, ਅਸੀਂ ਕੀ ਕੀਤਾ, ਪਹਿਲਾਂ ਤਾਂ ਇਹਨੂੰ ਉਲਟਾ ਕੇ ਲਿਖ ਦਿਓ। 1/r ਦਾ ਆਂਸਰ ਨਹੀਂ ਚਾਹੀਦਾ ਸਾਨੂੰ, ਇਕੱਲਾ r ਚਾਹੀਦਾ। ਇਹਦਾ ਮਤਲਬ ਉਲਟਾ ਕੇ ਲਿਖ ਦਿਓ 10⁻6 ਡਿਵਾਈਡਡ ਬਾਈ ਆਹ ਵਾਲੀ ਸਾਰੀ ਟਰਮ ਨੀਚੇ ਆ ਜੂਗੀ 10⁻6 ਪਲੱਸ 10⁻3 ਪਲੱਸ 1। ਹੁਣ ਬੱਚੇ ਨੂੰ ਸੋਲਵ ਕਿੱਦਾਂ ਕਰਾਂਗੇ, 10⁻6 ਮਤਲਬ 1 ਦੇ ਪਿੱਛੇ 6 ਜ਼ੀਰੋਜ਼ ਹੈ, 1 2 3 4 5 6 ਡਿਵਾਈਡਡ ਬਾਈ 10⁻6 ਵੀ ਇੱਦਾਂ ਲਿਖਾਂਗੇ 1 2 3 4 5 6 ਪਲੱਸ 10⁻3 ਮਤਲਬ ਪਿੱਛੇ 3 ਜ਼ੀਰੋਜ਼, 1 ਨੂੰ 1 ਲਿਖਿਆ ਰਹਿਣ ਦਿੱਤਾ।
ਹੁਣ ਬੱਚੇ ਧਿਆਨ ਨਾਲ ਇਹਨੂੰ ਐਡ ਕਰਕੇ ਦੇਖੋ 3 4 5 6 ਫਿਰ ਕਿੰਨਾ ਸੀ 10,000 ਫਿਰ 1 ਸਾਰੀ ਟਰਮ ਨੂੰ ਐਡ ਕੀਤਾ ਸਾਡੇ ਕੋਲ ਇਸ ਤਰੀਕੇ ਦੀ ਇੱਕ ਟਰਮ ਬਣ ਗਈ। ਇਹਦਾ ਮਤਲਬ ਅਸੀਂ ਆਨਸਰ 'ਚ ਕੀ ਲਿਖਣ ਲੱਗੇ ਹਾਂ 1 ਪਿੱਛੇ ਕਿੰਨੇ ਜ਼ੀਰੋਜ਼ 6 ਜ਼ੀਰੋਜ਼ ਡਿਵਾਈਡਡ ਬਾਈ ਆਹ ਵਾਲੀ ਟਰਮ 0 0 1 0 0 1 ਠੀਕ ਹੈ ਜੀ। ਸੋ ਇਹਨੂੰ ਜਦੋਂ ਬੱਚੇ ਆਪਸ ਵਿੱਚ ਡਿਵਾਈਡ ਕਰੂੰਗੇ ਤਾਂ ਤੁਹਾਡਾ 0 ਪੁਆਇੰਟ ਸਮਥਿੰਗ 'ਚ ਆਨਸਰ ਆਏਗਾ 0.999 000 ਅਪ ਟੂ ਸੋ ਔਨ। ਸੋ ਆਪਾਂ ਲਿਖ ਸਕਦੇ ਹਾਂ ਕਿ ਆਹ ਵਾਲੇ 9 ਜਾਂ 0 ਨੂੰ ਕੈਰੀ ਦੇ ਦਿੱਤਾ ਤਾਂ ਨੀਅਰਲੀ ਇਕੁਅਲਸ ਟੂ 1 ਓਮ ਆਨਸਰ ਆ ਜਾਏਗਾ। ਜੇ ਬੱਚੇ ਇਸ ਤੋਂ ਬਾਅਦ ਡਾਇਰੈਕਟ ਤੁਸੀਂ ਆਹ ਵੀ ਲਿਖਦੇ ਆ ਵੀ ਨੀਅਰਲੀ ਇਕੁਅਲਸ ਟੂ 1 ਦੇ ਇਕੁਅਲ ਆਨਸਰ ਆ ਜਾਏਗਾ ਤਾਂ ਵੀ ਤੁਹਾਡਾ ਬਿਲਕੁਲ ਸਹੀ ਆਨਸਰ ਆ। ਇਹਦਾ ਮਤਲਬ ਫਸਟ ਪਾਰਟ ਦਾ ਵੀ 1 ਓਮ ਆਨਸਰ ਆ ਗਿਆ ਔਰ ਸੈਕਿੰਡ ਪਾਰਟ ਦਾ ਵੀ 1 ਓਮ ਆਨਸਰ ਆ ਗਿਆ। ਹੁਣ ਨੈਕਸਟ ਸੈਕਿੰਡ ਕੁਐਸਚਨ ਦੇਖੋ, ਉਹਨਾਂ ਨੇ ਕਿਹਾ ਐਨ ਇਲੈਕਟ੍ਰਿਕ ਲੈਂਪ ਆਫ 100 ਓਮ। ਇੱਕ ਲੈਂਪ ਆ ਬੱਚੇ ਜਿਹਦੀ ਰੈਜ਼ਿਸਟੈਂਸ ਕਿੰਨੀ ਆ 100 ਓਮ। ਇਹਦਾ ਮਤਲਬ R1 ਦੀ ਵੈਲਿਊ ਕਿੰਨੀ ਗਿਵਨ ਆ ਤੁਹਾਨੂੰ 100 ਓਮ ਐਂਡ ਰੈਜ਼ਿਸਟੈਂਸ ਆਫ 50 ਓਮ ਜਿਹਦੀ ਰੈਜ਼ਿਸਟੈਂਸ ਕਿੰਨੀ ਆ ਇੱਕ ਦੀ 50 ਓਮ। ਇਹਦਾ ਮਤਲਬ R2 ਗਿਵਨ ਆ ਅਸੀਂ ਲਿਖ ਦਿੱਤਾ 50 ਓਮ ਐਂਡ ਅ ਵਾਟਰ ਫਿਲਟਰ ਆਫ ਰੈਜ਼ਿਸਟੈਂਸ 500। ਇੱਕ ਹੋਰ ਰੈਜ਼ਿਸਟੈਂਸ ਗਿਵਨ ਆ ਅਸੀਂ ਲਿਖ ਦਿੱਤੀ R3 ਇਜ਼ ਇਕੁਅਲਸ ਟੂ 500 ਓਮ ਆਰ ਕਨੈਕਟਡ ਇਨ ਪੈਰਲਲ ਟੂ 220 ਵੋਲਟ। ਸਾਰੇ ਦੇ ਸਾਰੇ ਜਿਹੜੇ ਆ ਪੈਰਲਲ ਦੇ ਵਿੱਚ ਜੋੜ ਦਿੱਤੇ ਗਏ ਤਾਂ ਉਸ ਟਾਈਮ ਉਹਦੀ ਵੋਲਟੇਜ ਕਿੰਨੀ ਆ 220 ਵੋਲਟ 220 ਵੋਲਟ ਜਿਹੜੀ ਆ ਬੱਚੇ ਉਹਦੀ ਵੋਲਟੇਜ ਗਿਵਨ ਆ। R1 R2 R3 ਉਹਦਾ ਪ੍ਰਤੀਰੋਧਕ ਮਤਲਬ ਕਿ ਰੈਜ਼ਿਸਟੈਂਸ ਗਿਵਨ ਆ। ਠੀਕ ਹੈ ਜੀ। ਹੁਣ 3 ਦੇ 3 ਉਹਨਾਂ ਨੇ ਕਿਹਾ ਪੈਰਲਲ ਜੋੜ ਦਿੱਤੇ ਗਏ ਆ। ਧਿਆਨ ਨਾਲ ਵਰਡ ਬੱਚੇ ਧਿਆਨ ਨਾਲ ਪੜ੍ਹ ਲਓ 3 ਦੇ 3 ਕਾਹਦੇ ਵਿੱਚ ਜੋੜ ਦਿੱਤੇ ਗਏ ਪੈਰਲਲ। ਇਹਦਾ ਮਤਲਬ ਰੈਜ਼ਿਸਟੈਂਸ ਇਨ ਪੈਰਲਲ ਦਾ ਫਾਰਮੂਲਾ ਕੀ ਹੁੰਦਾ 1/R1 ਪਲੱਸ 1/R2 ਪਲੱਸ 1/R3। ਸਭ ਤੋਂ ਪਹਿਲਾਂ ਤਾਂ ਬੱਚੇ ਅਸੀਂ R ਪਤਾ ਕਰਾਂਗੇ ਕਿਉਂਕਿ ਸਾਨੂੰ ਇੰਨਾ ਪਤਾ ਕਿ ਉਹ ਪੈਰਲਲ ਦੇ ਵਿੱਚ ਜੁੜੇ ਹੋਏ ਆ। ਸੋ ਅਸੀਂ ਪੈਰਲਲ ਦੇ ਵਿੱਚ ਇਹਨੂੰ ਸੋਲਵ ਕਰ ਲੈਣਾ। R2 ਦੀ ਵੈਲਿਊ ਕਿੰਨੀ ਆ 50 ਅਤੇ R3 ਦੀ ਵੈਲਿਊ ਕਿੰਨੀ ਆ 500। ਠੀਕ ਹੈ ਜੀ। ਸੋ ਬੱਚੇ ਜਦੋਂ ਅਸੀਂ ਇਹਦਾ ਐਲਸੀਅਮ ਲਵਾਂਗੇ ਸਭ ਤੋਂ ਵੱਡੀ ਰਕਮ ਕੌਣ ਆ 500। ਸੋ ਮੋਸਟਲੀ ਸਭ ਤੋਂ ਵੱਡੀ ਵਾਲੀ ਰਕਮ ਹੀ ਬੱਚੇ ਐਲਸੀਅਮ ਹੁੰਦਾ, ਨਹੀਂ ਤਾਂ ਤੁਸੀਂ ਅਦਰਵਾਈਜ਼ 9th ਦੇ ਅੰਦਰ ਵੀ ਐਲਸੀਅਮ ਸਿੱਖੇ ਹੋਏ ਆ। ਸੋ ਐਲਸੀਅਮ ਲੈ ਕੇ ਦੇਖ ਲਓ। ਜੇ ਨਹੀਂ ਤੁਹਾਨੂੰ ਸੋਲਵ ਕਰਨਾ ਆਉਂਦਾ ਇੱਕ ਵਾਰੀ ਮੈਨੂੰ ਮੈਸੇਜ ਕਰ ਦੇਣਾ, ਮੈਂ ਤੁਹਾਨੂੰ ਸਿਖਾ ਦੂੰਗੀ। ਠੀਕ ਹੈ। ਦੈਨ 500 ਨੂੰ ਬੱਚੇ 100 ਦੇ ਨਾਲ ਡਿਵਾਈਡ ਕਰਕੇ ਦੇਖੋ 500 ਨੂੰ 100 ਦੇ ਨਾਲ 100 5s ਆ 500। ਇਹਦਾ ਮਤਲਬ 5 ਆ ਗਿਆ 5 1s ਆ 5 ਉੱਪਰ ਕਿੰਨਾ ਆ ਗਿਆ 5। ਠੀਕ ਹੈ ਬੱਚੇ। ਅਦਰਵਾਈਜ਼ ਤਾਂ ਤੁਹਾਨੂੰ ਐਲਸੀਅਮ ਲੈਣਾ ਵੀ ਆਉਂਦਾ ਹੋਣਾ ਚਾਹੀਦਾ ਆ। ਦੈਨ 500 ਨੂੰ ਬੱਚੇ 50 ਦੇ ਨਾਲ 500 ਨੂੰ 50 ਦੇ ਨਾਲ ਸੋਲਵ ਕਰੋ ਤੁਹਾਡਾ ਆਨਸਰ ਆ ਜਾਏਗਾ 10 10 1s ਆ 10 ਪਲੱਸ 500 ਨੂੰ 500 ਨਾਲ ਸੋਲਵ ਕਰੋਗੇ ਤਾਂ ਆਨਸਰ ਆ ਜਾਏਗਾ 1। ਸੋ 1 ਉੱਪਰ ਵਾਲੇ 1 ਦੇ ਨਾਲ ਬੱਚੇ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਏਗਾ 1। ਸੋ ਇਹ ਸਾਰੀਆਂ ਟਰਮਸ ਨੂੰ ਐਡ ਕਰੋ ਵੀ ਗੈਟ 16 ਡਿਵਾਈਡਡ ਬਾਈ 500। ਠੀਕ ਹੈ। ਇਹ ਕਿਹਦਾ ਆਨਸਰ ਆਇਆ 1/R ਦਾ। ਬਟ ਬੱਚੇ ਸਾਨੂੰ 1/R ਨਹੀਂ ਚਾਹੀਦਾ, ਸਾਨੂੰ ਇਕੱਲਾ R ਚਾਹੀਦਾ। ਸੋ ਇਹਨੂੰ ਉਲਟਾ ਕੇ ਲਿਖ ਲਓ 500 ਮਤਲਬ ਰੈਸੀਪ੍ਰੋਕਲ 'ਚ ਲਿਖ ਲਓ, ਉਲਟਾ ਕੇ ਲਿਖ ਦਿੱਤਾ 500 ਡਿਵਾਈਡਡ ਬਾਈ 16। ਜਦੋਂ ਬੱਚੇ ਤੁਸੀਂ ਡਿਵਾਈਡ ਕਰੋਗੇ ਤੁਹਾਡਾ ਆਨਸਰ ਆ ਜਾਏਗਾ 31.25 ਓਮ। ਬੱਚੇ ਧਿਆਨ ਨਾਲ ਯੂਨਿਟਸ ਪਿੱਛੇ ਲਿਖ ਦੇਣਾ। ਅਗਰ ਤੁਸੀਂ ਯੂਨਿਟਸ ਪਾਉਣਾ ਭੁੱਲ ਜਾਂਦੇ ਆ ਤਾਂ ਤੁਹਾਡਾ ਹਾਫ ਮਾਰਕਸ ਕੱਟਿਆ ਜਾਂਦਾ। ਠੀਕ ਹੈ ਜੀ। ਉਹਨਾਂ ਨੇ ਰੈਜ਼ਿਸਟੈਂਸ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਤੁਹਾਡੀ ਰੈਜ਼ਿਸਟੈਂਸ ਕਿੰਨੀ ਆ। ਦੁਬਾਰਾ ਤੋਂ ਕੁਐਸਚਨ ਦੇਖ ਲਓ ਵਟ ਇਜ਼ ਦਾ ਰੈਜ਼ਿਸਟੈਂਸ ਇਨ ਦਾ ਇਲੈਕਟ੍ਰਿਕ ਆਇਰਨ। ਸੋ ਉਹਨਾਂ ਨੇ ਰੈਜ਼ਿਸਟੈਂਸ ਪੁੱਛੀ ਸੀ ਬੱਚੇ, ਅਸੀਂ ਰੈਜ਼ਿਸਟੈਂਸ ਫਾਈਂਡ ਆਊਟ ਕਰ ਲਈ। ਠੀਕ ਹੈ। ਅੱਗੇ ਦੇਖੋ ਉਹਨਾਂ ਨੇ ਕੀ ਕਿਹਾ ਆ ਐਸ ਟੇਕ ਦਾ ਮਚ ਕਰੰਟ ਐਜ਼ ਦਾ 3 ਐਂਡ ਵਟ ਇਜ਼ ਦਾ ਕਰੰਟ ਥਰੂ ਇਟ। ਸੋ ਇਹਦੇ ਵਿੱਚ ਕਿੰਨਾ ਕਰੰਟ ਹੋਏਗਾ। ਇਹਦਾ ਮਤਲਬ ਬੱਚੇ ਅਸੀਂ ਆਈ ਵੀ ਆਰ ਪਤਾ ਕਰ ਲਿਆ, ਹੁਣ ਅਸੀਂ ਆਈ ਪਤਾ ਕਰਨਾ। ਸੋ ਆਈ ਪਤਾ ਕਿੱਥੋਂ ਕਰਾਂਗੇ ਓਮਜ਼ ਲਾਅ ਤੋਂ। ਓਮਜ਼ ਲਾਅ ਕੀ ਕਹਿੰਦਾ V ਇਜ਼ ਇਕੁਅਲਸ ਟੂ IR। ਇਹਦਾ ਮਤਲਬ ਆਈ ਪਤਾ ਕਰਨਾ ਤਾਂ ਕੀ ਹੋਏਗਾ V ਡਿਵਾਈਡਡ ਬਾਈ R। ਹੁਣ ਤੁਹਾਨੂੰ V ਗਿਵਨ ਆ। ਠੀਕ ਹੈ। 220 ਵੋਲਟ ਬੈਟਰੀ ਦੇ ਨਾਲ ਕਨੈਕਟਡ ਆ, ਅਸੀਂ ਲਿਖ ਦਿੱਤਾ 220 ਡਿਵਾਈਡਡ ਬਾਈ R ਦੀ ਵੈਲਿਊ ਬੱਚੇ ਕਿੰਨੀ ਸੀ 31.25। ਸੋ ਅਗਰ ਇੱਦਾਂ ਪੁੱਟ ਕਰਨਾ ਹੈ ਤਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ। ਅਗਰ ਤੁਸੀਂ 500 ਡਿਵਾਈਡਡ ਬਾਈ
16 करना चाहते तो वो भी कर सकते हैं। ठीक है, सो दोनों ਨੂੰ सॉल्व करो बच्चे। 220 ਨੂੰ 13.25 ਨਾਲ डिवाइड करो, वी गेट 1.04 अंपेयर। ये बच्चे थोड़ी करंट की वैल्यू आ जाएगी। ठीक है जी, सो थोड़ा करंट आ गया। सो उन्होंने आर और आई पता करने लिए क्या सी, सो असीं दोनों वैल्यूज़ पता कर लिया। नैक्सट क्वेश्चन देखो, वट आर द एडवांटेजेस ऑफ कनैक्टिंग इलैक्ट्रिक डिवाइस इन पैरल विद द बैटरी इंस्टैड ऑफ कनैक्टिंग दैम इन सीरीज़। ਕਹਿੰਦੇ ਅਸੀਂ ਪੈਰਲਰ ਦੇ ਵਿੱਚ ਹੀ ਸਾਰੀ ਦੀ ਸਾਰੀ ਜਿਹੜੀ ਇਲੈਕਟ੍ਰਿਕ ਸਰਕਿਟਾਂ ਨੂੰ ਪੈਰਲਰ ਦੇ ਵਿੱਚ ਕਿਉਂ ਜੋੜਦੇ ਆ, ਸੀਰੀਜ਼ ਵਿੱਚ ਕਿਉਂ ਨਹੀਂ ਜੋੜਦੇ। ਇਹਨੂੰ ਸਮਝਣ ਦੇ ਲਈ ਬੱਚੇ ਦੇਖੋ, ਪਹਿਲਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੈਰਲਰ ਦਾ ਕੀ ਮਤਲਬ ਹੁੰਦਾ, ਜਦੋਂ ਅਸੀਂ ਅਲੱਗ-ਅਲੱਗ ਰੈਜ਼ਿਸਟੈਂਸ ਨੂੰ ਬੱਚੇ ਇਸ ਤਰੀਕੇ ਨਾਲ ਜੋੜਿਆ। ਠੀਕ ਹੈ, ਸੋ ਇੱਦਾਂ ਕਰਕੇ ਜੋੜ ਦਿੱਤਾ ਕਿਸੇ ਬੈਟਰੀ ਦੇ ਨਾਲ, ਆ ਸੀ ਪੈਰਲਰ। ਕੌਣ ਆ ਇਹ? ਪੈਰਲਰ। ਸੀਰੀਜ਼ ਵਿੱਚ ਕੀ ਹੁੰਦਾ, ਜਦੋਂ ਅਸੀਂ ਇੱਕ ਹੀ ਲਾਈਨ ਦੇ ਵਿੱਚ ਜੋੜਦੇ ਹਾਂ ਇਸ ਤਰੀਕੇ ਨਾਲ। ਠੀਕ ਹੈ, ਹੁਣ ਕੀ ਆ ਬੱਚੇ, ਧਿਆਨ ਨਾਲ ਕਨਸੈਪਟ ਸਮਝਣਾ। ਕਰੰਟ ਪੋਜ਼ੀਟਿਵ ਟੂ ਨੈਗੇਟਿਵ ਵੱਲ ਜਾਂਦਾ ਹੈ, ਸੋ ਪੋਜ਼ੀਟਿਵ ਤੋਂ ਨਿਕਲਿਆ। ਮੰਨ ਲਓ ਆਹ ਵਾਲਾ ਜਿਹੜਾ ਬੱਲਬ ਸੀ ਇਹ ਖਰਾਬ ਹੋ ਗਿਆ, ਇੱਥੇ ਜਿਹੜੀ ਰੈਜ਼ਿਸਟੈਂਸ ਲੱਗੀ, ਇੱਥੇ ਜਿਹੜਾ ਬੱਲਬ ਲੱਗਿਆ ਹੋਇਆ ਖਰਾਬ ਹੋ ਗਿਆ। ਬਿਜਲੀ ਜਿਹੜੀ ਹੈ ਇੱਥੋਂ ਨਿਕਲ ਜਾਏਗੀ, ਇੱਥੋਂ ਨਿਕਲ ਜਾਏਗੀ, ਇਹਦਾ ਮਤਲਬ ਐਟਲੀਸਟ 2 ਬੱਲਬ ਤਾਂ ਚੱਲ ਹੀ ਰਹੇ ਆ। ਬੱਲਬ ਜਿਹੜੇ ਬੱਚੇ ਵਰਡ ਮੈਂ ਤਾਂ ਯੂਜ਼ ਕਰ ਰਹੀ ਤਾਂ ਕਿ ਤੁਹਾਨੂੰ ਗੱਲ ਸਮਝ ਲੱਗ ਜਾਵੇ, ਅਦਰਵਾਈਜ਼ ਇਹ ਰੈਜ਼ਿਸਟੈਂਸ ਹੀ ਆ। ਠੀਕ ਹੈ, ਇੱਥੇ ਬੱਲਬ ਨਹੀਂ ਅਸੀਂ ਲਗਾਏ, ਸਿਰਫ ਸਾਨੂੰ ਗੱਲ ਸਮਝਾਉਣ ਦੇ ਲਈ ਮੈਂ ਬੱਲਬ ਦੀ ਐਗਜ਼ਾਮਪਲ ਲੈ ਰਹੀ ਹਾਂ। ਮੰਨ ਲਓ ਹੁਣ ਦੂਸਰਾ ਬੱਲਬ ਵੀ ਤੁਹਾਡਾ ਖਰਾਬ ਹੋ ਗਿਆ, ਸੋ ਬਿਜਲੀ ਨੀਚੇ ਵਾਲੇ 'ਚੋਂ ਪਾਸ ਹੋ ਕੇ ਇੱਧਰ ਨੂੰ ਜਾ ਰਹੀ ਆ, ਇਹਦਾ ਮਤਲਬ ਘੱਟੋ ਘੱਟ ਤੀਸਰਾ ਬੱਲਬ ਤਾਂ ਤੁਹਾਡਾ ਚੱਲ ਹੀ ਰਿਹਾ ਆ। ਠੀਕ ਹੈ, ਸੋ ਪੈਰਲਰ ਦੇ ਵਿੱਚ ਇਹ ਫਾਇਦਾ ਆ, ਅਗਰ ਇੱਕ ਵੀ ਰੈਜ਼ਿਸਟੈਂਸ ਖਰਾਬ ਹੋ ਜਾਂਦੀ ਤਾਂ ਬਾਕੀ ਜਿਹੜੀਆਂ 2 ਰੈਜ਼ਿਸਟੈਂਸ ਆ ਉਹ ਕੰਮ ਕਰਦੀਆਂ ਰਹਿਣਗੀਆਂ। ਮੰਨ ਲਓ 2 ਰੈਜ਼ਿਸਟੈਂਸ ਖਰਾਬ ਹੋ ਗਿਆ ਤਾਂ ਐਟਲੀਸਟ ਘੱਟੋ ਘੱਟ ਤੀਸਰੀ ਰੈਜ਼ਿਸਟੈਂਸ ਜਾਂ ਪ੍ਰਤੀਰੋਧਕ ਕੰਮ ਜ਼ਰੂਰ ਕਰੇਗਾ। ਹੁਣ ਸੀਰੀਜ਼ ਵਿੱਚ ਕੀ ਹੁੰਦਾ ਆ, ਸੀਰੀਜ਼ ਵਿੱਚ ਮੰਨ ਲਓ ਆਹੀ ਵਾਲਾ ਜਿਹੜਾ ਬੱਲਬ ਆ ਉਹ ਖਰਾਬ ਹੋ ਗਿਆ, ਇਹੀ ਨਹੀਂ ਕੰਮ ਕਰ ਰਿਹਾ, ਕਰੰਟ ਇੱਥੋਂ ਆਇਆ। ਜੇ ਬੱਚੇ ਕਰੰਟ ਇਹ 'ਚੋਂ ਹੀ ਨਹੀਂ ਪਾਸ ਹੋ ਰਿਹਾ ਤਾਂ ਇੱਧਰ ਵੀ ਜਿਹੜਾ ਕਰੰਟ ਆ ਉਹ ਨਹੀਂ ਜਾਏਗਾ। ਜੇ ਕਰੰਟ ਨਹੀਂ ਗਿਆ, ਆ ਵੀ ਬੱਲਬ ਨਹੀਂ ਚੱਲਣਾ ਤਾਂ ਆ ਵੀ ਬੱਲਬ ਨਹੀਂ ਚੱਲੇਗਾ। ਗੱਲ ਕਲੀਅਰ ਹੋ ਗਈ। ਮੰਨ ਲਓ ਹੁਣ ਕੀ ਹੁੰਦਾ ਆ ਕਿ ਤੁਹਾਡਾ ਪਹਿਲੇ ਵਾਲਾ ਬੱਲਬ ਬਿਲਕੁਲ ਸਹੀ ਆ, ਤੁਹਾਡਾ ਦੂਸਰਾ ਬੱਲਬ ਖਰਾਬ ਹੋ ਗਿਆ। ਮੰਨ ਲਓ ਆਹ ਵਾਲਾ ਬੱਲਬ ਖਰਾਬ ਹੋ ਗਿਆ, ਕਰੰਟ ਇੱਥੋਂ ਗਿਆ ਤਾਂ ਆਹ ਵਾਲਾ ਬੱਲਬ ਗਰੋ ਕਰ ਗਿਆ, ਆਹ ਵਾਲਾ ਖਰਾਬ ਸੀ ਕਿਉਂਕਿ ਇੱਥੋਂ ਹੀ ਕਰੰਟ ਨਹੀਂ ਪਾਸ ਹੋਇਆ, ਤਾਂ ਆਹ ਵਿਚਾਰਾ ਸਹੀ ਹੋਣ ਦੇ ਬਾਵਜੂਦ ਵੀ ਨਹੀਂ ਚੱਲਿਆ ਕਿਉਂਕਿ ਇਹਦੇ ਤੱਕ ਕਰੰਟ ਹੀ ਨਹੀਂ ਪਹੁੰਚਿਆ। ਗੱਲ ਕਲੀਅਰ ਹੋ ਗਈ ਬੱਚੇ। ਪੈਰਲਰ ਦੇ ਵਿੱਚ ਅਗਰ ਇੱਕ ਵੀ ਖਰਾਬ ਹੋ ਜਾਵੇ ਤਾਂ ਬਾਕੀ ਸਰਕਿਟ ਚੱਲਦਾ ਆ, ਸੀਰੀਜ਼ ਦੇ ਵਿੱਚ ਇੱਕ ਵੀ ਖਰਾਬ ਹੋ ਜਾਵੇ ਤਾਂ ਬਾਕੀ ਸਾਰਾ ਸਰਕਿਟ ਖੜਾ ਹੋ ਜਾਂਦਾ ਆ, ਨਹੀਂ ਕੰਮ ਕਰਦਾ। ਸੋ ਇਹਦਾ ਆਨਸਰ ਕੀ ਲਿਖਾਂਗੇ, ਧਿਆਨ ਨਾਲ ਦੇਖੋ। ਟੂ ਆਪਰੇਟ ਪ੍ਰੋਪਰਲੀ ਡਿਫਰੈਂਟ ਇਲੈਕਟ੍ਰਿਕ ਡਿਵਾਈਸ ਨੀਡ ਅ ਡਿਫਰੈਂਟ ਅਮਾਊਂਟ ਆਫ ਕਰੰਟ। ਠੀਕ ਹੈ, ਅਗਰ ਅਸੀਂ ਇੱਕ ਸਰਕਿਟ ਨੂੰ ਡਿਵਾਈਸ ਨੂੰ ਚਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਲੱਗ-ਅਲੱਗ ਕਰੰਟ ਦੀ ਜ਼ਰੂਰਤ ਹੁੰਦੀ ਹੈ। ਇਨ ਸੀਰੀਜ਼ ਕੰਬੀਨੇਸ਼ਨ ਆਲ ਦ ਡਿਵਾਈਸਿਸ ਗੈਟ ਦ ਸੇਮ ਕਰੰਟ। ਜਦੋਂ ਸੀਰੀਜ਼ ਕੰਬੀਨੇਸ਼ਨ ਹੁੰਦਾ ਬੱਚੇ ਸਾਨੂੰ ਕੀ ਆ, ਸਾਰੇ ਦਾ ਸਾਰਾ ਇੱਕ ਹੀ ਕਰੰਟ ਚਾਹੀਦਾ ਆ। ਠੀਕ ਹੈ, ਸੋ ਕਿਉਂਕਿ ਉਹ ਸੀਰੀਜ਼ ਦੇ ਵਿੱਚ ਆ ਇਸ ਤਰੀਕੇ ਨਾਲ, ਤਾਂ ਸਾਨੂੰ ਕੀ ਆ, ਇੱਕ ਹੀ ਕਰੰਟ ਦੀ ਜ਼ਰੂਰਤ ਹੁੰਦੀ ਆ ਪੂਰੀ ਦੀ ਪੂਰੇ ਸਰਕਿਟ ਦੇ ਵਿੱਚ। ਵੇਅਰ ਐਜ਼ ਇਨ ਅ ਪੈਰਲਰ ਸਰਕਿਟ ਦੇ ਵਿੱਚ ਕੀ ਹੁੰਦਾ ਆ, ਪੋਟੈਂਸ਼ੀਅਲ ਡਿਫਰੈਂਸ ਅਕਰੋਸ ਆਲ ਦ ਰੈਜ਼ਿਸਟਰ ਆਰ ਸੇਮ। ਹੁਣ ਪੋਟੈਂਸ਼ੀਅਲ ਡਿਫਰੈਂਸ ਵੀ ਸੇਮ ਹੁੰਦਾ ਆ, ਬਟ ਜਿਹੜੀ ਤੁਹਾਡਾ ਕਰੰਟ ਆ ਉਹ ਅਲੱਗ-ਅਲੱਗ ਡਿਸਟਰੀਬਿਊਟ ਹੁੰਦਾ ਆ ਅਲੱਗ-ਅਲੱਗ ਰਜਿਸਟਰ ਦੇ ਵਿੱਚ। ਇਨ ਸੀਰੀਜ਼ ਕੰਬੀਨੇਸ਼ਨ ਇਫ ਵਨ ਡਿਵਾਈਸ ਫੇਲ, ਅਗਰ ਇੱਕ ਵੀ ਫੇਲ ਹੋ ਗਿਆ ਤਾਂ ਜਿਹੜਾ ਤੁਹਾਡਾ ਡਿਵਾਈਸ ਆ ਉਹ ਨਹੀਂ ਚੱਲੇਗਾ, ਅਦਰ ਡਿਵਾਈਸ ਸਟੋਪ ਵਰਕਿੰਗ, ਬਾਕੀ ਡਿਵਾਈਸ ਨੇ ਵੀ ਕੰਮ ਕਰਨਾ ਬੰਦ ਕਰ ਦੇਣਾ। ਪੈਰਲਰ ਸਰਕਿਟ ਦੇ ਵਿੱਚ ਕੀ ਹੁੰਦਾ ਆ, ਹੁਣ ਬੱਚੇ ਪੈਰਲਰ ਕੰਬੀਨੇਸ਼ਨ ਦੇ ਵਿੱਚ ਦੇਖੋ, ਆਲ ਡਿਵਾਈਸਿਸ ਆਰ ਇੰਡੀਪੈਂਡੈਂਟ ਮਤਲਬ ਇੱਕ ਦੂਸਰੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹਦਾ ਮਤਲਬ ਉਹ ਇੰਡੀਪੈਂਡੈਂਟਲੀ ਕੰਮ ਕਰਦੇ ਆ। ਈਵਨ ਇਫ ਵਨ ਡਿਵਾਈਸ ਫੇਲ, ਮੰਨ ਲਓ ਇੱਕ ਵੀ ਡਿਵਾਈਸ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਬਾਕੀ ਡਿਵਾਈਸ ਜਿਹੜਾ ਆ ਉਹ ਵਰਕ ਕਰਦਾ, ਬਾਕੀ ਡਿਵਾਈਸ ਜਿਹੜਾ ਆ ਕੰਮ ਕਰਦਾ ਆ। ਠੀਕ ਹੈ, ਸੋ ਫੋਰਥ ਕੁਐਸਚਨ ਦੇਖੋ ਬੱਚੇ, ਹਾਊ ਕੈਨ 3 ਰਜਿਸਟਰਸ ਆਫ ਰੈਜ਼ਿਸਟੈਂਸ 2 ohm 3 ohm 6 ohm ਆਰ ਕਨੈਕਟਡ ਟੂ ਗਿਵ ਅ ਟੋਟਲ ਰੈਜ਼ਿਸਟੈਂਸ 4 ohm ਐਂਡ 1 ohm। ਕਹਿੰਦੇ ਕਿ 2 ohm 3 ohm 6 ohm ਨੂੰ ਕਿਸ ਤਰੀਕੇ ਨਾਲ ਜੋੜਿਆ ਜਾਵੇ ਕਿ ਸਾਡਾ ਆਨਸਰ 1 ohm ਤੇ 4 ohm 4 ਤੇ 1 ohm ਆ ਜਾਵੇ। ਸੋ ਇਹਨੂੰ ਅਸੀਂ ਕਿਸ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ ਬੱਚੇ। ਇਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਦਿਮਾਗ ਲਗਾਉਣਾ ਪਏਗਾ ਕਿ ਸਾਨੂੰ ਅਲੱਗ ਤੋਂ ਇੱਕ ਅਲੱਗ ਕਾਪੀ ਲੈ ਕੇ ਅਲੱਗ ਤੋਂ ਲਿਖ ਕੇ ਦੇਖਣਾ ਪਏਗਾ ਕਿ ਸਾਡਾ 4 ohm ਆਨਸਰ ਕਦੋਂ ਆ ਰਿਹਾ ਤੇ 1 ਕਦੋਂ ਆ ਰਿਹਾ। ਠੀਕ ਹੈ,
ਮੰਨ ਲਓ ਅਸੀਂ ਸਾਰਿਆਂ ਨੂੰ ਪਹਿਲਾਂ ਪੈਰਲਲ ਜੋੜ ਕੇ ਦੇਖਦੇ ਹਾਂ। ਸੋ ਸਾਡਾ ਕੋਈ ਵੀ ਆਨਸਰ ਆ ਜਾਵੇ, ਸੋ ਅਸੀਂ ਤਾਂ ਇਹ ਦੇਖਣਾ ਵੀ ਸਾਡਾ ਆਨਸਰ ਕਿੱਦਾਂ ਆ ਰਿਹਾ। ਠੀਕ ਹੈ, ਸੋ R1 ਕਿੰਨਾ ਗਿਵਨ ਆ 2 ਓਮ, ਸੋ ਅਸੀਂ ਪੁੱਟ ਕਰ ਦਿੱਤਾ 2 ਓਮ। R2 ਕਿੰਨਾ ਆ 3 ਓਮ, ਸੋ ਪੁੱਟ ਕਰ ਦਿੱਤਾ 3 ਓਮ। R3 ਕਿੰਨਾ 6 ਓਮ, ਸੋ ਅਸੀਂ ਪੁੱਟ ਕਰ ਦਿੱਤਾ 6 ਓਮ। ਠੀਕ ਹੈ, ਸੋ ਸਭ ਤੋਂ ਵੱਡਾ ਬੱਚੇ ਕੌਣ ਆ? ਆਲਮੋਸਟ ਉਹੀ ਤੁਹਾਡਾ ਐਲਸੀਐਮ ਹੁੰਦਾ, ਅਸੀਂ ਪੁੱਟ ਕਰ ਦਿੱਤਾ 6। 2 ਨੂੰ 6 ਨਾਲ ਸੋਲਵ ਕੀਤਾ, ਉੱਪਰ ਆ ਗਿਆ 3। 3 ਦੇ ਟੇਬਲ 'ਤੇ ਬੱਚੇ 6 ਕਦੋਂ ਆਉਂਦਾ? 2 2 1s ਆ 2। 6 ਦੇ ਟੇਬਲ 'ਤੇ 1 'ਤੇ ਆਉਂਦਾ 1 1s ਆ 1। ਠੀਕ ਹੈ, ਸੋ ਆ ਸਾਰਿਆਂ ਨੂੰ ਸੋਲਵ ਕੀਤਾ ਆ ਗਿਆ 6 ਡਿਵਾਈਡਡ ਬਾਈ 6 ਕੱਟ ਕੇ ਆ ਗਿਆ 1। ਦੇਖੋ ਬੱਚੇ ਇਹਨਾਂ ਨੇ 4 ਓਮ ਅਤੇ 1 ਓਮ ਸੋਲਵ ਕਰਨ ਲਈ ਕਿਹਾ ਸੀ। ਇਹਦਾ ਮਤਲਬ 1 ਓਮ ਆਨਸਰ ਕਦੋਂ ਆਊਗਾ? ਜਦੋਂ ਅਸੀਂ 3 ਦੇ 3 ਰਜਿਸਟਰ ਕਾਹਦੇ ਵਿੱਚ ਜੋੜ ਦਾਂਗੇ? ਪੈਰਲਲ ਦੇ ਵਿੱਚ। ਸੋ ਇਹਦਾ ਮਤਲਬ ਆਪਾਂ 1 ਓਮ ਵਾਲਾ ਪਹਿਲਾਂ ਸੋਲਵ ਕਰ ਲਿਆ। ਇੱਥੇ ਉੱਪਰ ਹੈਡਿੰਗ ਲਿਖਣਾ ਇਫ ਆਲ ਦ 3 ਰਜਿਸਟਰਸ ਆਰ ਕਨੈਕਟਡ ਇਨ ਪੈਰਲਲ ਦੈਨ। ਫਿਰ ਤੁਸੀਂ ਆ ਪੂਰਾ ਮੈਥਮੈਟੀਕਲ ਪੋਰਸ਼ਨ ਸੋਲਵ ਕਰਕੇ ਦਿਖਾਉਣਾ ਕਿ ਇਸ ਤਰੀਕੇ ਨਾਲ ਤੁਹਾਡਾ 1 ਓਮ ਆਨਸਰ ਆਏਗਾ ਜਦੋਂ ਤੁਸੀਂ 3 ਦੇ 3 ਰਜਿਸਟਰ ਜਿਹੜੇ ਆ ਪੈਰਲਲ ਦੇ ਵਿੱਚ ਜੋੜੋਗੇ। ਸਿਮਿਲਰਲੀ ਬੱਚੇ ਹੁਣ ਆਪਾਂ ਕੀ ਕਰਨਾ ਆ ਕਿ 2 ਰਜਿਸਟਰ ਨੂੰ ਆਪਸ ਵਿੱਚ ਪੈਰਲਲ ਅਤੇ ਤੀਸਰੇ ਨੂੰ ਸੀਰੀਜ਼ ਵਿੱਚ ਸੋਲਵ ਕਰਕੇ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਸਾਨੂੰ ਆਨਸਰ ਚਾਹੀਦਾ 4 ਓਮ। ਇਹਦਾ ਮਤਲਬ ਸਭ ਤੋਂ ਵੱਡੇ ਵਾਲਿਆਂ ਨੂੰ ਪਹਿਲਾਂ ਪੈਰਲਲ ਜੋੜ ਕੇ ਦੇਖੋ। ਵੱਡੇ ਇਹਨਾਂ 'ਚੋਂ ਕੌਣ ਆ? 3 ਅਤੇ 6। ਠੀਕ ਆ, ਇਹਦਾ ਮਤਲਬ 1/r ਇਜ਼ ਇਕੁਅਲਸ ਟੂ 1/r1 ਪਲੱਸ 1/r2 ਪਲੱਸ 1/r3। 1/r2 ਕਿੰਨਾ ਬੱਚੇ? 1/3 ਪਲੱਸ 1/6। ਸੋ ਦੋਨਾਂ 'ਚੋਂ ਵੱਡਾ ਕੌਣ ਆ? 6। 3 ਦੇ ਟੇਬਲ 'ਤੇ 6 ਕਦੋਂ ਆਉਂਦਾ? 2 ਦੇ ਟੇਬਲ 'ਤੇ 2 1s ਆ 2। 6 ਦੇ ਟੇਬਲ 'ਤੇ 6 1 'ਤੇ ਆਉਂਦਾ 1 1s ਆ 1। ਸੋ ਸਾਡੇ ਕੋਲ ਆ ਗਿਆ 3 ਡਿਵਾਈਡਡ ਬਾਈ 6। ਸੋ ਕੱਟ ਕੇ ਆ ਗਿਆ 1/2। ਇਹਦਾ ਮਤਲਬ ਬੱਚੇ 1/r ਦਾ ਆਨਸਰ 1/2 ਆਇਆ। ਇਹਦਾ ਮਤਲਬ ਜਦੋਂ ਇਹਨੂੰ ਅਸੀਂ ਉਲਟਾ ਕੇ ਲਿਖਾਂਗੇ ਤਾਂ r ਦਾ ਆਨਸਰ ਕਿੰਨਾ ਆ ਗਿਆ? 2 ਓਮ। ਕਲੀਅਰ ਹੋ ਗਿਆ? ਇਹਦਾ ਮਤਲਬ ਹਲੇ ਸਿਰਫ r ਆਇਆ, ਹਲੇ ਬੱਚੇ ਆਪਾਂ 2 ਓਮ ਆ ਵਾਲਾ ਯੂਜ਼ ਨਹੀਂ ਸੀ ਕੀਤਾ। ਹੁਣ ਦੇਖੋ 2 ਅਤੇ 2 ਓਮ, ਇੱਕ ਆ ਵਾਲਾ 2 R1 ਅਤੇ ਇੱਕ ਆ ਵਾਲਾ r, ਇਹਨਾਂ ਦੋਨਾਂ ਨੂੰ ਕਿੱਦਾਂ ਜੋੜੀਏ ਕਿ ਸਾਡਾ 4 ਆਨਸਰ ਆ ਜਾਈਏ? ਸਿੱਧਾ ਪਤਾ ਲੱਗਦਾ ਅਗਰ 2 ਨੂੰ 2 ਦੇ ਨਾਲ ਅਸੀਂ ਐਡ ਕਰ ਦਿੰਦੇ ਹਾਂ ਤਾਂ ਸਿੱਧਾ ਸਾਡਾ 4 ਆਨਸਰ ਆਉਂਦਾ। ਸੋ ਅਸੀਂ r ਨੂੰ r ਦੇ ਨਾਲ ਕਿੱਦਾਂ ਜੋੜਾਂਗੇ? ਜੇ ਅਸੀਂ ਦੋਨਾਂ ਨੂੰ ਸੀਰੀਜ਼ ਦੇ ਵਿੱਚ ਰੱਖਾਂਗੇ। ਇਹਦਾ ਮਤਲਬ ਫਾਰਮੂਲਾ ਕੀ ਲੱਗੂਗਾ ਸੀਰੀਜ਼ ਦਾ? r ਇਜ਼ ਇਕੁਅਲਸ ਟੂ, ਸੋ ਬੱਚੇ ਨੂੰ r s ਦੇ ਨਾਲ ਰਿਪਰਜੈਂਟ ਕਰ ਦੇਣਾ ਕਿ ਅਸੀਂ ਸੀਰੀਜ਼ ਦੇ ਵਿੱਚ ਜੋੜਨ ਲੱਗੇ ਹਾਂ। R1 ਪਲੱਸ r। ਠੀਕ ਹੈ, R1 ਦਾ ਆਨਸਰ ਕਿੰਨਾ ਆ? 2 ਓਮ। r ਜਿਹੜਾ ਹੁਣੇ ਤੁਸੀਂ ਸੋਲਵ ਕਰਕੇ ਹਟੇ ਹੋ ਕਿੰਨਾ ਆਇਆ ਆ? 2 ਓਮ। 2 ਨੂੰ ਜਦੋਂ 2 ਨਾਲ ਐਡ ਕੀਤਾ ਤਾਂ ਕਿੰਨਾ ਆ ਗਿਆ? 4 ਓਮ। ਸੋ RS ਕਿੰਨਾ ਆ ਗਿਆ? 4 ਓਮ। ਇਹਦਾ ਮਤਲਬ ਜਦੋਂ ਅਸੀਂ R2 ਅਤੇ R3 ਨੂੰ ਪੈਰਲਲ ਜੋੜਾਂਗੇ ਅਤੇ ਉਹਦੇ ਨੂੰ ਦੋਨਾਂ ਕਹਿ ਲਓ ਰਜਿਸਟੈਂਸ ਨੂੰ ਤੀਸਰੀ ਰਜਿਸਟੈਂਸ ਦੇ ਸੀਰੀਜ਼ ਦੇ ਵਿੱਚ ਜੋੜਾਂਗੇ, ਉਸ ਟਾਈਮ ਜਿਹੜਾ ਸਾਡਾ ਆਨਸਰ 4 ਓਮ ਆਏਗਾ। ਠੀਕ ਹੈ ਬੱਚੇ, ਤੁਹਾਨੂੰ ਕਰ ਕਰਕੇ ਲਿਖ ਕੇ ਦੇਖਣਾ ਪੈਣਾ ਵੀ ਕਿੱਦਾਂ ਸਾਡਾ ਆਨਸਰ ਆ ਰਿਹਾ। ਡਾਇਰੈਕਟ ਇਹ ਨਹੀਂ ਆ ਕਿ ਇਹਨੂੰ ਰੱਟਾ ਮਾਰਨਾ ਆ ਜਾਂ ਕੁਛ ਇੱਦਾਂ ਦਾ ਕੁਛ ਨਹੀਂ ਆ, ਇਹ ਤੁਹਾਨੂੰ ਸੋਲਵ ਕਰਕੇ ਦੇਖਣਾ ਪਏਗਾ। ਸੋ ਇਹਦੀ ਡਾਇਗਰਾਮ ਕਿੱਦਾਂ ਦੀ ਬਣੇਗੀ? ਇਸ ਤਰੀਕੇ ਨਾਲ। ਠੀਕ ਹੈ, ਅਸੀਂ ਕੀ ਕੀਤਾ? R2 ਅਤੇ R3 ਨੂੰ ਪੈਰਲਲ ਜੋੜ ਦਿੱਤਾ। ਇਹ ਕਿੰਨਾ ਸੀ? 3 ਅਤੇ ਆਹ ਕਿੰਨਾ ਸੀ? 6। R1 ਨੂੰ ਅਸੀਂ ਐਸਾ 'ਚ ਰੱਖਿਆ, R1 ਨੂੰ ਅੱਗੇ ਇਸ ਤਰੀਕੇ ਨਾਲ ਰੱਖਿਆ। ਸੋ ਦਿਸ ਇਜ਼ 2 ਓਮ। ਆਹ ਕੌਣ ਸੀ? R1। ਠੀਕ ਆ ਬੱਚੇ, R1 R2 R3 ਤੁਸੀਂ ਨੇਮ ਇਹਨਾਂ ਦੇ ਚੇਂਜ ਕਰ ਸਕਦੇ ਆ। ਇਹ ਨਹੀਂ ਆ ਕਿ ਆਹ ਵਾਲੇ 3 ਨੂੰ ਅਸੀਂ R2 ਹੀ ਨਾਮ ਦੇਣਾ, ਤੁਸੀਂ ਇਹਦਾ R1 ਨਾਮ ਵੀ ਦੇ ਸਕਦੇ ਆ। ਕਲੀਅਰ ਹੋ ਗਿਆ ਬੱਚੇ? ਕੁਐਸਚਨ ਨੰਬਰ 4। ਸੋ ਕੁਐਸਚਨ ਨੰਬਰ 5 ਦੇਖੋ, ਵਟ ਇਜ਼ ਦ ਹਾਈਐਸਟ lowest total resistance that can be secured by a combination of 4 resistors, coils of resistance 4 ohm 8 ohm 12 ohm 24 ohm। ਕਹਿੰਦੇ ਕਿ ਤੁਸੀਂ ਹਾਈਐਸਟ ਅਤੇ ਲੋਐਸਟ ਵੈਲਿਊ ਕਿੱਦਾਂ ਪਤਾ ਕਰੋਗੇ? ਸੋ ਬੱਚੇ ਸਾਨੂੰ ਪਤਾ ਜਾਂ ਤਾਂ ਅਸੀਂ ਸੀਰੀਜ਼ ਦੇ ਵਿੱਚ ਜੋੜ ਸਕਦੇ ਹਾਂ ਰੈਜ਼ਿਸਟੈਂਸ ਨੂੰ, ਜਾਂ ਅਸੀਂ ਪੈਰਲਲ ਦੇ ਵਿੱਚ ਜੋੜ ਸਕਦੇ ਹਾਂ। ਸੋ ਆਪਾਂ ਲਿਖਦੇ ਹਾਂ ਕਿ ਅਗਰ ਮੰਨ ਲਓ ਲੈਟ R1 ਕਿੰਨੀ ਆ? 4 ਓਮ। R2 ਕਿੰਨੀ ਆ ਤੁਹਾਡੀ? 8 ਓਮ। R3 ਕਿੰਨੀ ਗਿਵਨ ਆ? 12 ਓਮ। ਅਤੇ R4 ਕਿੰਨੀ ਗਿਵਨ ਆ? 24 ਓਮ। ਮੰਨ ਲਓ ਇਹ ਸਾਰੇ ਦੇ ਸਾਰੇ ਬੱਚੇ ਸੀਰੀਜ਼ 'ਚ ਜੋੜਦੇ। ਸੀਰੀਜ਼ ਦਾ ਫਾਰਮੂਲਾ ਕੀ ਹੁੰਦਾ ਆ? ਐਸੋ ਦੇ ਪੈਰ 'ਚ ਕਿਉਂ ਪਾਇਆ? ਕਿਉਂਕਿ ਸੀਰੀਜ਼ ਨੂੰ ਰਿਪਰਜੈਂਟ ਕਰ ਰਿਹਾ। R1 ਪਲੱਸ R2 ਪਲੱਸ R3 ਪਲੱਸ R4।
सो R1 कितनी आ बच्चे 4, R2 कितनी आ 8, R3 12 ਤੇ R4 कितनी आ 24। सो सारी टर्म्स ਨੂੰ ਐਡ ਕਰਕੇ ਦੇਖ ਲਓ ਆ ਜਾਏਗਾ ਤੁਹਾਡੇ 48 ਓਮ। ਠੀਕ ਆ। ਸੋ ਆਪਾਂ ਦੇਖਦੇ ਹਾਂ ਵੀ ਹੁਣ ਇਹ ਮਿਨੀਮਮ ਆਇਆ ਕਿ ਮੈਕਸੀਮਮ ਆਇਆ। ਸੋ ਪਹਿਲਾਂ ਆਪਾਂ ਪੈਰਲਰ ਦਾ ਆਨਸਰ ਸੋਲਵ ਕਰਕੇ ਦੇਖ ਲੈਂਦੇ ਹਾਂ, ਫਿਰ ਸੀਰੀਜ਼ ਦਾ ਦੇਖ ਲਾਂਗੇ। ਸਿਮਿਲਰਲੀ ਬੱਚੇ ਆਪਾਂ ਇਹਨੂੰ ਪੈਰਲਰ ਦੇ ਵਿੱਚ ਸੋਲਵ ਕਰਕੇ ਦੇਖਦੇ ਹਾਂ। ਪੈਰਲਰ ਦਾ ਫਾਰਮੂਲਾ ਕੀ ਹੁੰਦਾ 1/RP। ਪੀ ਕਿਉਂ ਪਾਇਆ ਉਹਦੇ ਪੈਰ 'ਚ ਕਿਉਂਕਿ ਇਹ ਪੈਰਲਰ ਨੂੰ ਸ਼ੋ ਕਰ ਰਿਹਾ। ਸੋ ਲਿਖਾਂਗੇ 1/R1 + 1/R2 + 1/R3 + 1/R4। ਸੋ R1 ਦੀ ਵੈਲਿਊ ਕਿੰਨੀ ਆ ਬੱਚੇ 4। ਸੋ ਪੁੱਟ ਕਰ ਦਿੱਤੀ 1/4 + 1/8 + 1/12 + 1/24। ਠੀਕ ਹੈ ਜੀ। ਸਭ ਤੋਂ ਵੱਡਾ ਕੌਣ ਆ 24। ਆਲਮੋਸਟ ਉਹੀ ਤੁਹਾਡਾ ਐਲਸੀਐਮ ਹੋਏਗਾ 24। ਬੱਚੇ 4 ਦੇ ਟੇਬਲ 'ਤੇ 24 ਕਦੋਂ ਆਉਂਦਾ ਆ 6 'ਤੇ। ਸੋ 6 1s ਆ 6। 8 ਦੇ ਟੇਬਲ 'ਤੇ 24 ਕਦੋਂ ਆਉਂਦਾ 3 'ਤੇ। 8 3s ਆ 24। ਸੋ 3 ਨੂੰ 1 ਨਾਲ ਮਲਟੀਪਲਾਈ ਕਰਾਂਗੇ ਤਾਂ ਆ ਜਾਏਗਾ 3। ਠੀਕ ਹੈ। 12 ਦੇ ਟੇਬਲ 'ਤੇ 24 ਕਦੋਂ ਆਉਂਦਾ 2 'ਤੇ। ਸੋ 2 1s ਆ 2। 24 ਨੂੰ 24 ਨਾਲ ਡਿਵਾਈਡ ਕਰਾਂਗੇ ਤਾਂ 1 ਆ ਜਾਏਗਾ 1 1s ਆ 1। ਸੋ ਆ ਸਾਰੀ ਟਰਮ ਨੂੰ ਐਡ ਕੀਤਾ ਤਾਂ ਧਿਆਨ ਨਾਲ ਦੇਖੋ ਬੱਚੇ 9 ਤੇ 2 11 11 + 1 12। ਸੋ ਆ ਗਿਆ 12 ਡਿਵਾਈਡਡ ਬਾਈ 22। ਸੋ ਕੱਟ ਕੇ ਆ ਗਿਆ 1/2। ਠੀਕ ਹੈ। ਕਿਹਦਾ ਆਨਸਰ ਆਇਆ 1/RP ਦਾ। ਬਟ ਸਾਨੂੰ 1/RP ਨਹੀਂ ਚਾਹੀਦੀ, ਸਾਨੂੰ ਕੱਲੀ RP ਚਾਹੀਦੀ ਆ। ਠੀਕ ਹੈ। ਇਹਦਾ ਮਤਲਬ ਅਸੀਂ ਇਹਨੂੰ ਉਲਟਾ ਕੇ ਲਿਖ ਸਕਦੇ ਹਾਂ। ਸੋ ਜਦੋਂ ਅਸੀਂ ਬੱਚੇ ਇਹਨੂੰ ਉਲਟਾ ਕੇ ਲਿਖਾਂਗੇ ਸਾਡਾ ਆਨਸਰ ਕਿੰਨਾ ਆ ਜਾਏਗਾ RP = 2 ਓਮ। ਠੀਕ ਹੈ। RS ਦਾ ਆਨਸਰ ਤੁਹਾਡਾ ਕਿੰਨਾ ਆਇਆ ਸੀ 48 ਓਮ। ਠੀਕ ਹੈ ਜੀ। ਇਹਦਾ ਮਤਲਬ ਦੋਨਾਂ 'ਚੋਂ ਜ਼ਿਆਦਾ ਕੌਣ ਆ ਸੀਰੀਜ਼ ਵਾਲਾ। ਸੋ ਸੀਰੀਜ਼ ਨੂੰ ਕੀ ਕਵਾਂਗੇ ਮੈਕਸੀਮਮ, ਅਤੇ ਪੈਰਲਰ RP ਨੂੰ ਅਸੀਂ ਕੀ ਬੋਲਾਂਗੇ ਮਿਨੀਮਮ ਲੋਐਸਟ। ਠੀਕ ਹੈ। ਉਹਨਾਂ ਨੇ ਬੱਚੇ ਹਾਈਐਸਟ ਅਤੇ ਲੋਐਸਟ ਪੁੱਛਿਆ ਸੀ, ਅਸੀਂ ਦੋਨੋਂ ਸੋਲਵ ਕਰ ਦਿੱਤੇ। ਸੋ ਸੋਲਵ ਕਰਕੇ ਦੇਖ ਲਓ ਆਨਸਰ ਕਿਹਦਾ ਕਿੱਦਾਂ ਦਾ ਆਇਆ। RS ਸੀਰੀਜ਼ ਵਾਲਾ ਜ਼ਿਆਦਾ ਆ। ਸੋ ਦਿਸ ਇਜ਼ ਦਾ ਹਾਈਐਸਟ ਵੈਲਿਊ। ਠੀਕ ਹੈ। ਸੋ ਦਿਸ ਇਜ਼ ਦਾ ਹਾਈਐਸਟ ਵੈਲਿਊ। ਪੈਰਲਲ ਬਾਰੇ ਵਿੱਚ ਘੱਟ ਆਨਸਰ ਆਇਆ। ਸੋ ਦਿਸ ਇਜ਼ ਦਾ ਲੋਐਸਟ ਵੈਲਿਊ। ਕਲੀਅਰ ਹੋ ਗਿਆ। ਸੋ ਬੱਚੇ ਇਸ ਵੀਡੀਓ ਦੇ ਵਿੱਚ ਅਸੀਂ 5 ਨੂਮੈਰੀਕਲਸ ਡਿਸਕਸ ਕੀਤੇ ਆ। ਅਗਰ ਕਿਸੇ ਵੀ ਨੂਮੈਰੀਕਲ 'ਚ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।